ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਅੱਜ ਦਾ ਵਿਚਾਰ ਜਪਜੀ ਸਾਹਿਬ ਦੀ 35ਵੀਂ ਪੌੜੀ ਹੈ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਪੌੜੀ ਦਾ ਉਚਾਰਨ ਤੇ ਉਸ ਤੋਂ ਉਪਰੰਤ ਪੰਕਤੀਆਂ ਦੇ ਅਰਥ ਕਰਾਂਗੇ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। केते पवन पाणी वह संतर, केते कान महेश। केते बरमे काढ़त कड़िए, रूप रंग के वेश। केतियां करम भूमि मेर केते, केते तू उपदेश। केते इंद चंद सूर केते, केते मंडल देश। केते सिद्ध बुद्ध नाथ केते, केते देवी वेश। केते देव दानव मुन केते, केते रतन समंद। केत्यां खाणी केत्यां बाणी, केते पात निरंद। केत्यां सुरती सेवक केते, नानक अंत न अंत। धर्म खंड का एहो धर्म, ज्ञान खंड का आखो करम। गुरु जी इस पौड़ी की शुरुआत पिछली पौड़ी 34ਵੀਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, ਧਰਮ ਖੰਡ ਦਾ ਧਰਮ ਭਾਵ ਨਿਯਮ ਅਤੇ ਨੇਮ, ਉਸ ਦੀ ਬਣਤਰ ਦੱਸੀ ਹੈ। ਇਸ ਦੇ ਨਾਲ ਨਾਲ ਧਰਮੀ ਮਨੁੱਖ ਦੀਆਂ ਨਿਸ਼ਾਨੀਆਂ ਵੀ ਦੱਸੀਆਂ ਹਨ, ਯਾਨੀ ਕਿ ਸੁਰਤ ਦੇ ਸਫ਼ਰ ਦਾ ਦੂਸਰਾ ਪੜਾਅ ਹੈ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਗਿਆਨ ਖੰਡ ਵਿੱਚ ਆਈ ਹੋਈ ਸੁਰਤ ਨੂੰ ਅਨੇਕ ਪ੍ਰਕਾਰ ਦੀਆਂ ਪਵਨ, ਪਾਣੀ ਤੇ ਅੱਗ ਦੀ ਸੂਝ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਨਾਲ ਕਿਤਨੇ ਹੀ ਕ੍ਰਿਸ਼ਨ ਅਤੇ ਮਹੇਸ਼ ਭਾਵ ਅਨੇਕਾਂ ਦੇਵੀ ਦੇਵਤਿਆਂ ਦੇ ਗਿਆਨ ਦੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਕ੍ਰਿਸ਼ਨ ਅਤੇ ਮਹੇਸ਼ ਵੱਖਰੀ ਵੱਖਰੀ ਕਿਸਮ ਦੀ ਵਿਚਾਰਧਾਰਾ ਅਤੇ ਸੋਚ ਦੇ ਲਖਾਇਕ ਵੀ ਮੰਨੇ ਜਾ ਸਕਦੇ ਹਨ, ਜਿਸ ਤੋਂ ਇਹ ਭਾਵ ਲਾਇਆ ਜਾ ਸਕਦਾ ਹੈ ਕਿ ਅਨੇਕਾਂ ਹੀ ਦੇਵੀ ਅਤੇ ਦੇਵਤਿਆਂ ਰਾਹੀਂ ਅਨੇਕਾਂ ਤਰ੍ਹਾਂ ਦੀਆਂ ਧਾਰਮਿਕ ਸੋਚ ਪ੍ਰਚਲਿਤ ਹਨ। ਕੇਤੇ ਬਰਮੇ ਕਾੜਤ ਕੜੀਏ, ਰੂਪ ਰੰਗ ਕੇ ਵੇਸ। ਵੱਖੋ ਵੱਖ ਸੋਚ ਤੋਂ ਇਲਾਵਾ ਗਿਆਨ ਖੰਡ ਵਿੱਚ ਆਈ ਹੋਈ ਸੁਰਤ ਨੂੰ ਅਨੇਕਾਂ ਹੀ ਬ੍ਰਹਮੇ ਅਤੇ ਅਨੇਕਾਂ ਪ੍ਰਕਾਰ ਦੇ ਆਕਾਰ ਰੰਗ ਘੜਦੇ ਹੋਏ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਨੇਕਾਂ ਬ੍ਰਹਮਿਆਂ ਤੋਂ ਭਾਵ ਇਹ ਵੀ ਲਾਇਆ ਜਾ ਸਕਦਾ ਹੈ ਕਿ ਅਣਗਿਣਤ ਮਨੁੱਖ ਜੋ ਕਿ ਛੋਟੇ ਰੂਪ ਵਿੱਚ ਬ੍ਰਹਮੇ ਹਨ ਅਤੇ ਤਰ੍ਹਾਂ ਤਰ੍ਹਾਂ ਦੀ ਸਿਰਜਣਾ ਵਿੱਚ ਆਤਮ ਕਿਰਿਆ ਵਿੱਚ ਜੁੜੇ ਹੋਏ ਹਨ। ਕੇਤਿਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਇਸੇ ਤਰ੍ਹਾਂ ਅਨੇਕਾਂ ਹੀ ਕਰਮ ਭੂਮੀਆਂ ਹਨ ਅਤੇ ਅਨੇਕਾਂ ਹੀ ਸਮੇਰ ਪਰਬਤ ਅਤੇ ਅਨੇਕਾਂ ਹੀ ਧਰੂਵ ਸਿਤਾਰੇ ਦਿਸਦੇ ਹਨ। ਇਸ ਦਾ ਭਾਵ ਹੈ ਕਿ ਅਣਗਿਣਤ ਮਨੁੱਖ ਆਪੋ ਆਪਣੀਆਂ ਮਤਲਬ ਕਰਮ ਭੂਮੀ ਰਾਹੀਂ ਅਣਗਿਣਤ ਪ੍ਰਕਿਰਿਆ ਕਰਦੇ ਹਨ। ਅਣਗਿਣਤ ਸਮੇਰ ਪਰਬਤ ਯਾਨੀ ਅਨੇਕਾਂ ਹੀ ਲਕਸ਼ ਬਣਾ ਕੇ ਉਹਨਾਂ ਵੱਲ ਅਨੇਕਾਂ ਹੀ ਧਰੂਵ ਤਾਰਿਆਂ ਵੱਲ ਭਾਵ ਅਨੇਕਾਂ ਉਪਦੇਸ਼ਾਂ ਨੂੰ ਸੁਣ ਕੇ ਆਪਣੇ ਲਕਸ਼ ਨੂੰ ਹਾਸਲ ਕਰਨ ਵਿੱਚ ਜੁਟੇ ਹੋਏ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਅਨੇਕਾਂ ਹੀ ਇੰਦਰ ਦੇਵਤੇ, ਅਨੇਕਾਂ ਹੀ ਚੰਦਰਮਾ ਅਤੇ ਅਨੇਕਾਂ ਹੀ ਸੂਰਜ ਹਨ ਅਤੇ ਉਸ ਦੇ ਨਾਲ ਨਾਲ ਅਨੇਕਾਂ ਮੰਡਲ ਅਤੇ ਅਨੇਕਾਂ ਦੇਸ ਹਨ। ਇੱਥੇ ਚੰਦ ਅਤੇ ਸੂਰ ਅਗਿਆਨਤਾ ਤੇ ਗਿਆਨ ਦੇ ਚਿੰਨ੍ਹ ਹਨ ਅਤੇ ਗੁਰੂ ਜੀ ਸਾਨੂੰ ਦੱਸ ਰਹੇ ਹਨ ਕਿ ਗਿਆਨ ਖੰਡ ਵਿੱਚ ਪਹੁੰਚੀ ਹੋਈ ਸੁਰਤ ਨੂੰ ਗਿਆਨ ਹੋ ਜਾਂਦਾ ਹੈ ਕਿ ਅਨੇਕਾਂ ਹੀ ਤਰ੍ਹਾਂ ਦੀਆਂ ਬੁੱਧੀਆਂ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ,
केते देवी वेस, केते देव दानन मुन केते रतन समान। ਇਸੇ ਤਰ੍ਹਾਂ ਅਨੇਕਾਂ ਹੀ ਸਿੱਧ ਬੁੱਧ, ਨਾਥ ਦੇਵ ਅਤੇ ਦਾਨਵ ਹਨ। ਮੁਨ ਜਨ ਮੌਜੂਦ, ਜਿਸ ਤਰ੍ਹਾਂ ਸਾਗਰ ਦੇ ਵਿੱਚ ਅਨੇਕਾਂ ਹੀ ਰਤਨ ਹਨ, ਇੱਥੇ ਗੁਰੂ ਜੀ ਵੱਖੋ ਵੱਖ ਸਾਧਨਾਂ ਨੂੰ ਅਪਣਾਉਣ ਵਾਲਿਆਂ ਵੱਲ ਇਸ਼ਾਰਾ ਕਰ ਰਹੇ ਹਨ। ਸਿੱਧ ਉਹ ਜੋ ਸਿੱਧੀਆਂ ਦੀਆਂ ਪ੍ਰਾਪਤੀਆਂ ਕਰਨ ਵਾਸਤੇ ਸਾਧਨ ਕਰਦੇ ਹਨ। ਬੁੱਧ ਉਹ ਜੋ ਆਪਣੀ ਬੁੱਧੀ ਦਾ ਵਿਕਾਸ ਕਰਨ ਵਿੱਚ ਜੁਟੇ ਹੋਏ ਹਨ। ਨਾਥ ਉਹ ਜੋ ਕਿਸੇ ਵੱਡੇ ਵਡੇਰੇ ਦੀ ਸ਼ਰਨ ਲੈ ਕੇ ਸਾਧਨਾ ਕਰਦੇ ਹਨ। ਅਤੇ ਦੇਵ ਦਾਨਵ ਮੁਨ ਜੋ ਦੇਵੀ ਗੁਣਾਂ ਨੂੰ ਦਿਨੇਸ਼ਵਰ ਬਣਾ ਕੇ ਜਾਂ ਚੁੱਪ ਸਾਧ ਕੇ ਇਹਨਾਂ ਚੀਜ਼ਾਂ ਦੀ ਸਾਧਨਾ ਕਰ ਰਹੇ ਹਨ। ਕੇਤਿਆਂ ਖਾਣੀ ਕੇਤਿਆਂ ਬਾਣੀ, केते पात निरंत, केतियां सुरती सेवक केते, नानक अंत ना अंत। ਕਿਤਨੀਆਂ ਹੀ ਅੰਡਜ, ਜੇਰਜ, ਸੇਤਜ ਅਤੇ ਉਤਪਜ ਖਾਣੀਆਂ ਹਨ, ਜਿੱਥੋਂ ਜੀਵਨ ਦੀ ਉਤਪਤੀ ਹੁੰਦੀ ਹੈ। ਅਨੇਕਾਂ ਬੋਲੀਆਂ ਬੋਲਣ ਵਾਲੀਆਂ ਭਾਸ਼ਾਵਾਂ ਹਨ ਅਤੇ ਅਨੇਕਾਂ ਹੀ ਛੋਟੇ ਵੱਡੇ ਰਾਜੇ ਅਤੇ ਮਹਾਰਾਜੇ ਹਨ। ਕਿਤਨੀਆਂ ਹੀ ਸੁਰਤੀਆਂ ਜਾਂ ਫਿਲਸਫੇ ਹਨ ਅਤੇ ਕਿਤਨੇ ਹੀ ਉਹਨਾਂ ਦੇ ਸੇਵਕ ਹਨ। ਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਦਾ ਕੋਈ ਅੰਤ ਨਹੀਂ। ਇਸ ਦਾ ਸਾਰ ਕੁਝ ਇਸ ਤਰ੍ਹਾਂ ਕਰੀਏ ਕਿ ਸੁਰਤ ਦੇ ਇਸ ਰੂਹਾਨੀ ਸਫ਼ਰ ਵਿੱਚ ਗਿਆਨ ਨੂੰ ਹਰ ਤਲ 'ਤੇ ਹਾਸਲ ਕਰਨਾ ਜਾਂ ਗਿਆਨ ਵਜੋਂ ਆਪਣੇ ਆਪ ਨੂੰ ਸਮਰਪਿਤ ਰੱਖਣਾ ਜ਼ਰੂਰੀ ਹੈ। ਪਰ ਇਹ ਚੇਤੇ ਰਹੇ ਕਿ ਇਹ ਗਿਆਨ ਇੱਕ ਲੜੀ ਹੈ ਜੋ ਕਿ ਮਨ ਅਤੇ ਬੁੱਧੀ ਤੋਂ ਸ਼ੁਰੂ ਹੋ ਕੇ ਅੰਤਰ ਦ੍ਰਿਸ਼ਟੀ ਰਾਹੀਂ ਪ੍ਰਾਪਤ ਹੋਇਆ ਅਨੁਭਵੀ ਗਿਆਨ ਹੁੰਦਾ ਹੈ ਅਤੇ ਇਸ ਦੀ ਸਹਿਜ ਪ੍ਰਾਪਤੀ ਸੁੱਤੇ ਸਿੱਧ ਹੁੰਦੀ ਹੈ। ਇੱਥੇ ਸੁਰਤ ਦੈਵੀ ਦ੍ਰਿਸ਼ਟੀ ਨਾਲ ਦਿਸਦੀ ਹੋਈ ਅਤੇ ਨਾ ਦਿਸਦੀ ਹੋਈ ਸ੍ਰਿਸ਼ਟੀ ਗਿਆਨ ਦੀ ਬਾਤ ਪਾਉਂਦੀ ਹੈ। ਇਹ ਕੋਈ ਮਾਮੂਲੀ ਗਿਆਨ ਨਹੀਂ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ, ਟਾਟੀ ਰਹੇ ਨਾ ਮਾਇਆ ਬਾਂਦੀ। ਭਾਵ ਕਿ ਇਹ ਗਿਆਨ ਦੀ ਹਨੇਰੀ ਹੈ ਜੋ ਮਾਇਆ ਦੇ ਬੰਧਨਾਂ ਨੂੰ ਕੱਪੜੇ ਦੀਆਂ ਲੱਗੀਆਂ ਹੋਈਆਂ ਟਾਟਾਂ ਵਾਂਗ ਉਡਾ ਦਿੰਦੀ ਹੈ। ਇਹ ਗਿਆਨ ਅਕਾਲ ਪੁਰਖ ਦੀ ਵਿਆਪਕਤਾ ਦਾ ਵਰਣਨ ਕਰਦੀ ਹੈ ਅਤੇ ਕੁਦਰਤ ਵਿੱਚ ਵਰਤਦੀ ਹੋਈ ਅਨੇਕਤਾ ਦਾ ਵੇਰਵਾ ਦਿੰਦੀ ਹੈ। ਇਸ ਬੇਅੰਤਤਾ ਦੇ ਗਿਆਨ ਨੂੰ ਸਮਝਦਿਆਂ ਹੋਇਆਂ ਮਨੁੱਖ ਵਿੱਚ ਅਚਰਜ ਭਾਵ ਉਤਪੰਨ ਹੁੰਦਾ ਹੈ, ਯਾਨੀ ਕਿ ਮਨੁੱਖ ਦੇ ਅੰਦਰ ਵਿਸਮਾਦ ਜਾਗਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਮੈਂ ਆਪ ਸਭ ਕੋਲੋਂ ਉਸ ਵਾਸਤੇ ਮਾਫ਼ੀ ਚਾਹੁੰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।